ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਬਰਨ ਕੌਰ ਮਾਨ। ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਹਨ ਰੀਅਲ ਅਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਅਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਅਮਰੀਕੀ ਸੰਸਦ ਵਿੱਚ ਨਾਗਰਿਕਤਾ ਬਿੱਲ ਪੇਸ਼। H-1B ਵੀਜ਼ਾ ਧਾਰਕਾਂ ਦੇ ਅਸ਼ਰਤਾਂ ਨੂੰ ਮਿਲੇਗੀ ਕੰਮ ਕਰਨ ਦੀ ਖੁੱਲ੍ਹ। ਭਾਰਤੀ ਮੂਲ ਦੀ ਵਿਗਿਆਨੀ ਦੀ ਬਦੌਲਤ ਨਾਸਾ ਨੇ ਰਚਿਆ ਇਤਿਹਾਸ। ਮੰਗਲ ਗ੍ਰਹਿ ਤੇ ਉਤਰਿਆ ਰੋਵਰ। ਟਾਈਮ ਪੱਤਰਿਕਾ ਦੀ 2021 ਦੀ ਸੂਚੀ 'ਚ ਭਾਰਤੀ ਮੂਲ ਦੀਆਂ 5 ਸ਼ਖਸੀਅਤਾਂ ਅਤੇ ਕਾਰਕੁਨ ਸ਼ਾਮਲ। ਚੀਨ ਨੇ ਪਹਿਲੀ ਵਾਰ ਕਬੂਲਿਆ ਗਲਵਾਨ ਘਾਟੀ ਵਿੱਚ ਉਸਦੇ 5 ਅਧਿਕਾਰੀ ਤੇ ਜਵਾਨ ਮਰੇ। ਆਸਟ੍ਰੇਲੀਆ ਦੇ PM ਮੌਰਿਨਸਨ ਨੇ ਫੇਸਬੁੱਕ ਨੂੰ ਪਾਬੰਦੀ ਹਟਾਉਣ ਅਤੇ ਗੱਲਬਾਤ ਲਈ ਦਿੱਤਾ ਸੱਦਾ। ਟੂਲਕਿਟ ਮਾਮਲੇ ਵਿੱਚ ਦਿਸ਼ਾ ਰਵੀ ਦੀ ਗ੍ਰਿਫਤਾਰੀ ਨੂੰ ਲੈ ਕੇ ਉੱਠ ਰਹੇ ਸਵਾਲਾਂ ਤੇ ਭੜਕੇ ਅਮਿਤ ਸ਼ਾਹ। ਅਮਰੀਕਾ WHO ਨੂੰ ਇਸ ਮਹੀਨੇ ਦੇ ਅਖੀਰ ਤੱਕ 20 ਕਰੋੜ ਤੋਂ ਵੱਧ ਦਾ ਭੁਗਤਾਨ ਕਰੇਗਾ। ਐਂਟਨੀ ਬਲਿੰਕਨ। ਰੇਲ ਰੋਕੋ ਨੂੰ ਪੰਜਾਬ, ਹਰਿਆਣਾ ਤੇ ਹੋਰ ਥਾਈਂ ਭਰਵਾਂ ਹੁੰਗਾਰਾ। ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। ਅਮਰੀਕੀ ਨਾਗਰਿਕਤਾ ਬਿੱਲ 2021 ਨੂੰ ਸੰਸਦ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਦੇ ਜ਼ਰੀਏ ਰੁਜ਼ਗਾਰ ਆਧਾਰਿਤ ਗ੍ਰੀਨ ਕਾਰਡ ਲਈ ਕਿਸੇ ਦੇਸ਼ ਦੇ ਪ੍ਰਵਾਸੀਆਂ ਦੀ ਗਿਣਤੀ ਸੀਮਿਤ ਕਰਨ ਤੇ ਪਹਿਲਾਂ ਲਗਾਈ ਗਈ ਰੋਕ ਖਤਮ ਕੀਤੀ ਜਾਵੇਗੀ। ਕਾਨੂੰਨ ਬਣਨ ਦੇ ਬਾਅਦ H-1B ਵੀਜ਼ਾ ਧਾਰਕਾਂ ਦੇ ਨਿਰਭਰ ਰਹਿਣ ਵਾਲਿਆਂ ਨੂੰ ਵੀ ਕੰਮ ਕਰਨ ਲਈ ਆਗਿਆ ਮਿਲੇਗੀ। ਅਮਰੀਕਾ ਵਿੱਚ ਤਕਨਾਲੋਜੀ ਖੇਤਰ ਵਿੱਚ ਕੰਮ ਕਰਨ ਵਾਲੇ ਹਜ਼ਾਰਾਂ ਭਾਰਤੀਆਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ। ਸੰਸਦ ਦੇ ਦੋਵੇਂ ਸਦਨਾਂ ਪ੍ਰਤੀਨਿਧੀ ਸਭਾ ਅਤੇ ਸੈਨੇਟ ਵਿੱਚ ਬਿੱਲ ਪਾਸ ਹੋ ਜਾਣ ਅਤੇ ਰਾਸ਼ਟਰਪਤੀ ਜੋ ਬਾਈਡਨ ਦੇ ਦਸਤਖਤ ਦੇ ਬਾਅਦ ਕਾਨੂੰਨ ਬਣ ਜਾਣ ਮਗਰੋਂ ਬਿਨਾਂ ਦਸਤਾਵੇਜ਼ ਦੇ ਰਹਿ ਰਹੇ ਅਤੇ ਵੈਧ ਤਰੀਕੇ ਨਾਲ ਦੇਸ਼ ਵਿੱਚ ਆਏ ਲੱਖਾਂ ਲੋਕਾਂ ਨੂੰ ਨਾਗਰਿਕਤਾ ਮਿਲਣ ਦਾ ਰਾਹ ਪੱਧਰਾ ਹੋਵੇਗਾ। ਸੈਨੇਟਰ ਬੌਬ ਮੇਨੇਂਡੇਜ਼ ਅਤੇ ਪ੍ਰਤੀਨਿਧੀ ਸਭਾ ਦੀ ਮੈਂਬਰ ਲਿੰਡਾ ਸਾਂਚੇਜ਼ ਨੇ ਪੱਤਰਕਾਰਾਂ ਨੂੰ ਕਿਹਾ ਹੈ ਕਿ ਅਮਰੀਕੀ ਨਾਗਰਿਕਤਾ ਕਾਨੂੰਨ 2021 ਵਿੱਚ ਇਮੀਗ੍ਰੇਸ਼ਨ ਸੁਧਾਰ ਦੀ ਵਿਵਸਥਾ ਕੀਤੀ ਗਈ ਹੈ। ਇਸ ਮਹੱਤਵਪੂਰਨ ਕਦਮ ਦੇ ਤਹਿਤ ਗ੍ਰੀਨ ਕਾਰਡ ਲਈ 10 ਸਾਲ ਤੋਂ ਵੱਧ ਸਮੇਂ ਦਾ ਇੰਤਜ਼ਾਰ ਕਰ ਰਹੇ ਪੇਸ਼ੇਵਰਾਂ ਨੂੰ ਵੈਧ ਰੂਪ ਨਾਲ ਸਥਾਈ ਤੌਰ ਤੇ ਰਹਿਣ ਦੀ ਮਨਜ਼ੂਰੀ ਵੀ ਮਿਲ ਜਾਵੇਗੀ। ਇਸ ਕਾਨੂੰਨ ਦੇ ਬਣਨ ਨਾਲ ਸਭ ਤੋਂ ਜ਼ਿਆਦਾ ਫਾਇਦਾ ਭਾਰਤੀਆਂ ਨੂੰ ਹੋਵੇਗਾ। ਬਾਈਡਨ ਨੇ 20 ਜਨਵਰੀ ਨੂੰ ਸਹੁੰ ਚੁੱਕਣ ਦੇ ਬਾਅਦ ਇਸ ਬਿੱਲ ਨੂੰ ਸੰਸਦ ਲਈ ਭੇਜ ਦਿੱਤਾ ਸੀ। ਇਸ ਦੇ ਤਹਿਤ ਰੁਜ਼ਗਾਰ ਆਧਾਰਿਤ ਪੈਂਡਿੰਗ ਵੀਜ਼ਾ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਹਰੇਕ ਦੇਸ਼ ਤੇ ਵੀਜ਼ਾ ਲਈ ਲਗਾਈ ਗਈ ਸੀਮਾ ਵੀ ਖਤਮ ਕੀਤੀ ਜਾਵੇਗੀ ਅਤੇ ਉਡੀਕ ਸਮੇਂ ਨੂੰ ਘਟਾਇਆ ਜਾਵੇਗਾ। ਬਿੱਲ ਵਿੱਚ ਅਮਰੀਕੀ ਯੂਨੀਵਰਸਿਟੀਆਂ ਤੋਂ STEM ਵਿਸ਼ੇ ਦੇ ਡਿਗਰੀ ਧਾਰਕਾਂ ਦੇ ਅਮਰੀਕਾ ਵਿੱਚ ਰਹਿਣ ਦਾ ਰਸਤਾ ਵੀ ਆਸਾਨ ਬਣਾਉਣ ਦੀ ਵਿਵਸਥਾ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ STEM ਤਕਨਾਲੋਜੀ ਵਿਸ਼ਿਆਂ ਵਿੱਚ ਡਿਗਰੀ ਲਈ ਅਮਰੀਕੀ ਯੂਨੀਵਰਸਿਟੀਆਂ ਵਿੱਚ ਸਭ ਤੋਂ ਵੱਧ ਵਿਦਿਆਰਥੀ ਭਾਰਤ ਦੇ ਹੀ ਹਨ। ਦੋਹਾਂ ਸਦਨਾਂ ਵਿੱਚ ਸੱਤਾਧਾਰੀ ਡੈਮੋਕ੍ਰੈਟਿਕ ਪਾਰਟੀ ਦਾ ਬਹੁਮਤ ਹੈ, ਭਾਵੇਂ ਕਿ ਉੱਪਰੀ ਸਦਨ ਵਿੱਚ ਬਿੱਲ ਨੂੰ ਪਾਸ ਕਰਾਉਣ ਲਈ ਪਾਰਟੀ ਨੂੰ 10 ਰਿਪਬਲਿਕਨ ਮੈਂਬਰਾਂ ਦੇ ਸਮਰਥਨ ਦੀ ਲੋੜ ਹੋਵੇਗੀ। ਡੈਮੋਕ੍ਰੈਟਿਕ ਪਾਰਟੀ ਦੀ ਅਗਵਾਈ ਅਤੇ ਵਾਈਟ ਹਾਊਸ ਨੇ ਆਸ ਜ਼ਾਹਿਰ ਕੀਤੀ ਹੈ ਕਿ ਉਹਨਾਂ ਨੂੰ ਅਮਰੀਕਾ ਵਿੱਚ ਰਹਿ ਰਹੇ ਲੱਖਾਂ ਗੈਰ ਨਾਗਰਿਕਾਂ ਦੇ ਹਿੱਤ ਲਈ ਲੋੜੀਂਦਾ ਸਮਰਥਨ ਮਿਲੇਗਾ। ਅਮਰੀਕੀ ਸਪੇਸ ਏਜੰਸੀ ਨਾਸਾ ਦੀ ਪੁਲਾੜ ਗੱਡੀ ਧਰਤੀ ਤੋਂ ਟੇਕ ਆਫ ਕਰਨ ਦੇ 7 ਮਹੀਨੇ ਬਾਅਦ ਸ਼ੁੱਕਰਵਾਰ ਨੂੰ ਲਾਲ ਗ੍ਰਹਿ ਦੀ ਸਤਹ ਤੇ ਉਤਰੀ। ਨਾਸਾ ਦੀ ਕੈਲੀਫੋਰਨੀਆ ਸਥਿਤ ਜੈਟ ਪ੍ਰੋਪਲਸ਼ਨ ਲੈਬੋਰੇਟਰੀ ਵਿੱਚ ਪ੍ਰੀਜ਼ਰਵੈਂਸ ਨੂੰ ਲਾਲ ਗ੍ਰਹਿ ਦੀ ਸਤਹ ਤੇ ਉਤਾਰਨ ਵੇਲੇ ਲੋਕਾਂ ਦਾ ਉਤਸ਼ਾਹ ਸਿਖਰ ਤੇ ਸੀ। ਭਾਰਤੀ ਸਮੇਂ ਮੁਤਾਬਕ ਰਾਤ 2:25 ਤੇ ਇਸ ਮਾਰਸ ਰੋਵਰ ਨੇ ਲਾਲ ਗ੍ਰਹਿ ਦੀ ਸਤਹ ਤੇ ਸਫਲਤਾਪੂਰਵਕ ਲੈਂਡਿੰਗ ਕੀਤੀ। ਹੁਣ ਤੱਕ ਦੀ ਸਭ ਤੋਂ ਜੋਖਮ ਭਰੀ ਅਤੇ ਇਤਿਹਾਸਕ ਲੈਂਡਿੰਗ ਦਾ ਉਦੇਸ਼ ਇਹ ਪਤਾ ਲਗਵਾਉਣਾ ਹੈ ਕਿ ਮੰਗਲ ਗ੍ਰਹਿ ਤੇ ਕਦੇ ਜੀਵਨ ਸੀ ਜਾਂ ਨਹੀਂ। ਮੁਹਿੰਮ ਦੇ ਤਹਿਤ ਗ੍ਰਹਿ ਤੋਂ ਚਟਾਨਾਂ ਦੇ ਟੁਕੜੇ ਵੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਜੋ ਇਸ ਸਵਾਲ ਦਾ ਜਵਾਬ ਲੱਭਣ ਵਿੱਚ ਮਹੱਤਵਪੂਰਨ ਸਾਬਤ ਹੋ ਸਕਦੇ ਨੇ। ਕੈਲੀਫੋਰਨੀਆ ਦੇ ਪਾਸਾਡੇਨਾ ਵਿੱਚ ਪੁਲਾੜ ਏਜੰਸੀ ਦੀ ਜੈਟ ਪ੍ਰੋਪਲਸ਼ਨ ਲੈਬੋਰੇਟਰੀ ਵਿੱਚ ਗਰਾਊਂਡ ਕੰਟਰੋਲਰ ਅਧਿਕਾਰੀਆਂ ਨੇ ਰੋਵਰ ਪਰਸੇਵਰੈਂਸ ਦੇ ਮੰਗਲ ਗ੍ਰਹਿ ਦੀ ਸਤਹ ਤੇ ਉਤਰਨ ਦੀ ਪੁਸ਼ਟੀ ਦੇ ਬਾਅਦ ਇਸ ਇਤਿਹਾਸਕ ਘਟਨਾ ਤੇ ਖੁਸ਼ੀ ਜ਼ਾਹਿਰ ਕੀਤੀ ਹੈ ਅਤੇ ਰਾਹਤ ਦਾ ਸਾਹ ਲਿਆ ਹੈ। ਸਫਲ ਲੈਂਡਿੰਗ ਦੇ ਬਾਰੇ ਵਿੱਚ ਧਰਤੀ ਤੱਕ ਸਿਗਨਲ ਪਹੁੰਚਾਉਣ ਵਿੱਚ 11.5 ਮਿੰਟ ਦਾ ਸਮਾਂ ਲੱਗਾ ਅਤੇ ਇਹ ਖਬਰ ਮਿਲਦੇ ਹੀ ਤਣਾਅ ਦਾ ਮਾਹੌਲ ਖਤਮ ਹੋ ਗਿਆ। ਰੋਵਰ ਕੰਟਰੋਲਰ ਸਵਾਤੀ ਮੋਹਨ ਨੇ ਘੋਸ਼ਣਾ ਕੀਤੀ, ਸਤਹ ਤੇ ਪਹੁੰਚਣ ਦੀ ਪੁਸ਼ਟੀ ਹੋਈ। ਪਰਸੇਵਰੈਂਸ ਮੰਗਲ ਗ੍ਰਹਿ ਦੀ ਸਤਹ ਤੇ ਸੁਰੱਖਿਅਤ ਤਰੀਕੇ ਨਾਲ ਪਹੁੰਚ ਚੁੱਕਾ ਹੈ। ਪਿਛਲੇ ਇੱਕ ਹਫ਼ਤੇ ਵਿੱਚ ਮੰਗਲ ਲਈ ਇਹ ਤੀਜੀ ਯਾਤਰਾ ਹੈ। ਇਸ ਤੋਂ ਪਹਿਲਾਂ ਸਾਊਦੀ ਅਰਬ, ਅਮੀਰਾਤ ਅਤੇ ਚੀਨ ਦੀ ਇੱਕ ਗੱਡੀ ਵੀ ਮੰਗਲ ਨੇੜੇ ਪੰਧ ਵਿੱਚ ਦਾਖਲ ਹੋ ਚੁੱਕੀ ਹੈ। ਇਸ ਦੀ ਲੈਂਡਿੰਗ ਨਾਲ ਨਾਸਾ ਦੇ ਵਿਗਿਆਨੀਆਂ ਅਤੇ ਕਰਮਚਾਰੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਉਹਨਾਂ ਵਿੱਚੋਂ ਵਿਸ਼ੇਸ਼ ਰੂਪ ਨਾਲ ਇੱਕ ਭਾਰਤੀ ਮੂਲ ਦੀ ਵਿਗਿਆਨੀ ਡਾਕਟਰ ਸਵਾਤੀ ਮੋਹਨ ਲਈ ਜ਼ਿਆਦਾ ਉਤਸ਼ਾਹ ਦਾ ਪਲ ਸੀ। ਇਸ ਦੇ ਸਫਲਤਾਪੂਰਵਕ ਲੈਂਡਿੰਗ ਤੇ ਨਾਸਾ ਦੀ ਇੰਜੀਨੀਅਰ ਡਾਕਟਰ ਸਵਾਤੀ ਮੋਹਨ ਨੇ ਕਿਹਾ, ਮੰਗਲ ਗ੍ਰਹਿ ਤੇ
ਟੱਚਡਾਊਨ ਦੀ ਪੁਸ਼ਟੀ ਹੋ ਗਈ ਹੈ। ਹੁਣ ਇਹ ਜੀਵਨ ਦੇ ਸੰਕੇਤਾਂ ਦੀ ਤਲਾਸ਼ ਸ਼ੁਰੂ ਕਰਨ ਲਈ ਤਿਆਰ ਹੈ। ਜਦੋਂ ਸਾਰੀ ਦੁਨੀਆ ਇਸ ਇਤਿਹਾਸਕ ਲੈਂਡਿੰਗ ਨੂੰ ਦੇਖ ਰਹੀ ਸੀ, ਉਸ ਦੌਰਾਨ ਕੰਟਰੋਲ ਰੂਮ ਵਿੱਚ ਬਿੰਦੀ ਲਗਾਏ ਸਵਾਤੀ ਮੋਹਨ GN&C ਸਬ ਸਿਸਟਮ ਅਤੇ ਪੂਰੀ ਪ੍ਰੋਜੈਕਟ ਟੀਮ ਨਾਲ ਕੋਆਰਡੀਨੇਟ ਕਰ ਰਹੀ ਸੀ। ਡਾਕਟਰ ਸਵਾਤੀ ਮੋਹਨ ਇੱਕ ਭਾਰਤੀ ਅਮਰੀਕੀ ਵਿਗਿਆਨੀ ਹੈ ਜੋ ਵਿਕਾਸ ਪ੍ਰਕਿਰਿਆ ਦੌਰਾਨ ਪ੍ਰਮੁੱਖ ਸਿਸਟਮ ਇੰਜੀਨੀਅਰ ਹੋਣ ਦੇ ਇਲਾਵਾ ਟੀਮ ਦੀ ਦੇਖਭਾਲ ਵੀ ਕਰਦੀ ਹੈ ਅਤੇ ਗਾਈਡੈਂਸ, ਨੈਵੀਗੇਸ਼ਨ ਅਤੇ ਕੰਟਰੋਲ ਲਈ ਮਿਸ਼ਨ ਕੰਟਰੋਲ ਸਟਾਫਿੰਗ ਦਾ ਸ਼ੈਡਿਊਲ ਕਰਦੀ ਹੈ। ਨਾਸਾ ਦੀ ਵਿਗਿਆਨੀ ਡਾਕਟਰ ਸਵਾਤੀ ਉਦੋਂ ਸਿਰਫ 1 ਸਾਲ ਦੀ ਸੀ ਜਦੋਂ ਉਹ ਭਾਰਤ ਤੋਂ ਅਮਰੀਕਾ ਗਈ ਸੀ। ਉਹਨਾਂ ਨੇ ਆਪਣਾ ਜ਼ਿਆਦਾਤਰ ਬਚਪਨ ਉੱਤਰੀ ਵਰਜੀਨੀਆ, ਵਾਸ਼ਿੰਗਟਨ DC ਮੈਟਰੋ ਖੇਤਰ ਵਿੱਚ ਬਿਤਾਇਆ। 19 ਸਾਲਾਂ ਦੀ ਉਮਰ ਵਿੱਚ ਉਹਨਾਂ ਨੇ ਪਹਿਲੀ ਵਾਰ ਸਟਾਰ ਟ੍ਰੈਕ ਦੇਖੀ, ਜਿਸ ਦੇ ਬਾਅਦ ਉਹ ਬ੍ਰਹਿਮੰਡ ਦੇ ਨਵੇਂ ਖੇਤਰਾਂ ਦੇ ਸੁੰਦਰ ਤਸਵੀਰਾਂ ਤੋਂ ਕਾਫੀ ਪ੍ਰਭਾਵਿਤ ਹੋਈ। ਇਸ ਦੌਰਾਨ ਉਹਨਾਂ ਨੇ ਮਹਿਸੂਸ ਕੀਤਾ ਕਿ ਉਹ ਅਜਿਹਾ ਕਰਨਾ ਚਾਹੁੰਦੀ ਹੈ ਅਤੇ ਬ੍ਰਹਿਮੰਡ ਵਿੱਚ ਨਵੇਂ ਅਤੇ ਸੁੰਦਰ ਸਥਾਨ ਲੱਭਣਾ ਚਾਹੁੰਦੀ ਹੈ। 16 ਸਾਲ ਦੀ ਉਮਰ ਤੱਕ ਉਹ ਬਾਲ ਰੋਗ ਮਾਹਿਰ ਬਣਨਾ ਚਾਹੁੰਦੀ ਸੀ। ਡਾਕਟਰ ਮੋਹਨ ਕਾਰਨੈਲ ਯੂਨੀਵਰਸਿਟੀ ਤੋਂ ਮਕੈਨੀਕਲ ਅਤੇ ਐਰੋਸਪੇਸ ਇੰਜੀਨੀਅਰਿੰਗ ਵਿੱਚ ਵਿਗਿਆਨ ਵਿੱਚ ਗ੍ਰੈਜੂਏਟ ਹੋਈ ਅਤੇ ਐਸਟਰੋਨੌਟਿਕਸ ਵਿੱਚ MIT ਤੋਂ MS ਅਤੇ PhD ਦੀ ਡਿਗਰੀ ਪੂਰੀ ਕੀਤੀ। ਸਵਾਤੀ ਪਾਸਾਡੇਨਾ CA ਵਿੱਚ ਨਾਸਾ ਦੇ ਜੈਟ ਪ੍ਰੋਪਲਸ਼ਨ ਲੈਬੋਰੇਟਰੀ ਵਿੱਚ ਸ਼ੁਰੂ ਤੋਂ ਹੀ ਮਾਰਸ ਰੋਵਰ ਮਿਸ਼ਨ ਦੀ ਮੈਂਬਰ ਰਹੀ। ਇਸ ਦੇ ਨਾਲ ਹੀ ਸਵਾਤੀ ਨਾਸਾ ਦੇ ਵਿਭਿੰਨ ਮਹੱਤਵਪੂਰਨ ਮਿਸ਼ਨਾਂ ਦੀ ਹਿੱਸਾ ਵੀ ਰਹੀ। ਭਾਰਤੀ ਅਮਰੀਕੀ ਵਿਗਿਆਨੀ ਨੇ ਕੈਸੀਨੀ ਅਤੇ ਗ੍ਰੇਲ ਗੱਡੀ ਉਡਾਏ ਜਾਣ ਦੀ ਇੱਕ ਜੋੜੀ ਪ੍ਰੋਜੈਕਟ ਤੇ ਵੀ ਕੰਮ ਕੀਤਾ ਹੈ। ਭਵਿੱਖ ਨੂੰ ਆਕਾਰ ਦੇ ਰਹੇ ਉੱਭਰਦੇ ਹੋਏ 100 ਆਗੂਆਂ ਦੀ ਟਾਈਮ ਪੱਤਰਕਾਰ ਦੀ ਸੂਚੀ ਵਿੱਚ ਇੱਕ ਭਾਰਤੀ ਕਾਰਕੁਨ ਅਤੇ ਭਾਰਤੀ ਮੂਲ ਦੇ 5 ਵਿਅਕਤੀ ਸ਼ਾਮਲ ਕੀਤੇ ਗਏ ਹਨ। ਇਹਨਾਂ ਵਿੱਚ ਟਵਿੱਟਰ ਦੀ ਸੀਨੀਅਰ ਵਕੀਲ ਵਿਜੇ ਗਾਡੇ ਅਤੇ ਬ੍ਰਿਟੇਨ ਦੀ ਵਿੱਤ ਮੰਤਰੀ ਰਿਸ਼ੀ ਸੁਨਕ ਸ਼ਾਮਲ ਹਨ। ਬੁੱਧਵਾਰ ਨੂੰ ਜਾਰੀ ਕੀਤੀ ਗਈ 2021 ਟਾਈਮ ਨੈਕਸਟ ਦੁਨੀਆ ਦੀਆਂ 100 ਤੋਂ ਵੱਧ ਪ੍ਰਭਾਵਸ਼ਾਲੀ ਲੋਕਾਂ ਦੀ ਟਾਈਮ 100 ਦੀ ਲੜੀ ਦਾ ਵਿਸਥਾਰ ਹੈ। ਇਸ ਵਿੱਚ 100 ਉੱਭਰਦੇ ਹੋਏ ਨੇਤਾਵਾਂ ਨੂੰ ਸ਼ਾਮਲ ਕੀਤਾ ਗਿਆ ਜੋ ਭਵਿੱਖ ਨੂੰ ਆਕਾਰ ਦੇ ਰਹੇ ਨੇ। ਟਾਈਮ 100 ਦੇ ਸੰਪਾਦਕੀ ਨਿਰਦੇਸ਼ਕ ਡੈਨ ਮੈਕਸਾਈ ਨੇ ਕਿਹਾ, ਇਸ ਸੂਚੀ ਵਿੱਚ ਸ਼ਾਮਲ ਹਰ ਕੋਈ ਇਤਿਹਾਸ ਬਣਾਉਣ ਨੂੰ ਤਿਆਰ ਹੈ। ਅਸਲ ਵਿੱਚ ਕਈ ਪਹਿਲਾਂ ਹੀ ਇਤਿਹਾਸ ਬਣਾ ਚੁੱਕੇ ਨੇ। ਭਾਰਤੀ ਮੂਲ ਦੀਆਂ ਹੋਰ ਹਸਤੀਆਂ ਵਿੱਚ ਇੰਸਟਾਕਾਰਟ ਦੀ ਸੰਸਥਾਪਕ ਅਤੇ CEO ਅਪੂਰਵਾ ਮਹਿਤਾ ਅਤੇ ਗੈਰ ਲਾਭਕਾਰੀ ਗੇਟ SPPI ਦੀ ਕਾਰਜਕਾਰੀ ਨਿਰਦੇਸ਼ਕ ਸ਼ਿਖਾ ਗੁਪਤਾ ਅਤੇ ਗੈਰ ਲਾਭਕਾਰੀ ਅਪਸੋਲਵ ਦੇ ਰੋਹਨ ਪੁਵਲਰੀ ਸ਼ਾਮਲ ਹਨ। ਭੀਮ ਆਰਮੀ ਦੇ ਪ੍ਰਮੁੱਖ ਚੰਦਰਸ਼ੇਖਰ ਆਜ਼ਾਦ ਵੀ ਇਸ ਸੂਚੀ ਵਿੱਚ ਸ਼ਾਮਲ ਹਨ। ਪੱਤਰਿਕਾ ਵਿੱਚ ਸੁਨਕ ਦੇ ਬਾਰੇ ਵੀ ਕਿਹਾ ਗਿਆ ਹੈ ਕਿ 1 ਸਾਲ ਤੋਂ ਕੁਝ ਵੱਧ ਸਮੇਂ ਤੱਕ 40 ਸਾਲਾ ਰਿਸ਼ੀ ਸੁਨਕ ਬ੍ਰਿਟਿਸ਼ ਸਰਕਾਰ ਵਿੱਚ ਗੁਮਨਾਮ ਜੂਨੀਅਰ ਮੰਤਰੀ ਰਹਿ ਰਹੇ, ਪਰ ਪਿਛਲੇ ਸਾਲ ਉਹਨਾਂ ਨੂੰ ਬ੍ਰਿਟੇਨ ਦਾ ਵਿੱਤ ਮੰਤਰੀ ਬਣਾਇਆ ਗਿਆ। ਉਹ ਜਲਦ ਹੀ ਕੋਵਿਡ-19 ਲੱਗਦੀ ਬਿਮਾਰੀ ਦੇ ਪ੍ਰਤੀ ਸਰਕਾਰ ਦੀ ਪ੍ਰਤੀਕਿਰਿਆ ਦਾ ਉਦਾਰਵਾਦੀ ਚਿਹਰਾ ਬਣ ਗਏ ਅਤੇ ਉਹਨਾਂ ਲੋਕਾਂ ਲਈ ਰਾਹਤ ਦੇ ਉਪਾਵਾਂ ਨੂੰ ਮਨਜ਼ੂਰੀ ਦਿੱਤੀ ਜਿਨ੍ਹਾਂ ਦੀ ਨੌਕਰੀ ਵਾਇਰਸ ਕਾਰਨ ਪ੍ਰਭਾਵਿਤ ਹੋਈ। ਪੱਤਰਿਕਾ ਵਿੱਚ ਕਿਹਾ ਗਿਆ ਹੈ ਕਿ ਯੂਗੋਵ ਦੇ ਸਰਵੇਖਣ ਮੁਤਾਬਕ ਸੁਨਕ ਦੇਸ਼ ਦੇ ਸਭ ਤੋਂ ਲੋਕਪ੍ਰਿਯ ਰਾਜਨੇਤਾ ਹਨ ਅਤੇ ਉਹ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਦੇ ਤੌਰ ਤੇ ਉਸਮੇਕ ਦੀ ਪਸੰਦ ਹਨ। ਟਾਈਮਜ਼ ਵਿੱਚ 34 ਸਾਲਾ ਮਹਿਤਾ ਦੇ ਬਾਰੇ ਵਿੱਚ ਕਿਹਾ ਗਿਆ ਹੈ ਕਿ ਕੋਵਿਡ-19 ਲੱਗਦੀ ਬਿਮਾਰੀ ਦੇ ਸ਼ੁਰੂਆਤੀ ਦਿਨਾਂ ਵਿੱਚ ਇੰਸਟਾਕਾਰਟ ਨੂੰ ਵੱਡੀ ਗਿਣਤੀ ਵਿੱਚ ਆਰਡਰ ਮਿਲੇ ਕਿਉਂਕਿ ਅਮੀਰ ਲੋਕਾਂ ਨੇ ਸੇਵਾ ਕਰਮੀਆਂ ਨੂੰ ਆਪਣੇ ਲਈ ਰਾਸ਼ਨ ਖਰੀਦਣ ਵਿੱਚ ਮਦਦ ਕਰਨ ਦੇ ਉਦੇਸ਼ ਨਾਲ ਇਕੱਠੇ ਵੱਡੀ ਗਿਣਤੀ ਵਿੱਚ ਖਰੀਦਦਾਰੀ ਕੀਤੀ। ਇੰਸਟਾਕਾਰਟ ਨੇ ਆਪਣੇ ਕਰਮੀਆਂ ਨਾਲ ਜਿਸ ਤਰ੍ਹਾਂ ਦਾ ਵਿਹਾਰ ਕੀਤਾ ਉਸ ਨੂੰ ਲੈ ਕੇ ਉਹਨਾਂ ਦੀ ਆਲੋਚਨਾ ਵੀ ਹੋਈ। ਮਹਿਤਾ ਨੇ ਟਾਈਮ ਵਿੱਚ ਲਿਖੇ ਲੇਖ ਵਿੱਚ ਕਿਹਾ, ਭਵਿੱਖ ਵਿੱਚ ਸਮਾਰਟਫੋਨ ਸੁਪਰਮਾਰਕੀਟ ਬਣੇਗਾ। ਅਸੀਂ ਉਸ ਦੇ ਸਹਿ ਨਿਰਮਾਣ ਵਿੱਚ ਮਦਦ ਕਰਨ ਜਾ ਰਹੇ ਹਾਂ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਅੱਜ ਪਹਿਲੀ ਵਾਰ ਅਧਿਕਾਰਤ ਤੌਰ ਤੇ ਮੰਨਿਆ ਕਿ ਉਸ ਦੇ 5 ਫੌਜੀ ਅਧਿਕਾਰੀ ਅਤੇ ਜਵਾਨ ਪਿਛਲੇ ਸਾਲ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਭਾਰਤੀ ਫੌਜ ਨਾਲ ਹੋਈ ਝੜਪ ਵਿੱਚ ਮਾਰੇ ਗਏ। ਚੀਨ ਦੇ ਕੇਂਦਰੀ ਮਿਲਟਰੀ ਕਮਿਸ਼ਨ ਨੇ ਉਹਨਾਂ ਨੂੰ 5 ਫੌਜੀ ਅਫਸਰਾਂ ਅਤੇ ਜਵਾਨਾਂ ਨੂੰ ਯਾਦ ਕੀਤਾ ਜੋ ਕਾਰਾਕੋਰਮ ਪਹਾੜੀਆਂ ਤੇ ਤਾਇਨਾਤ ਸਨ ਅਤੇ ਜੂਨ 2020 ਵਿੱਚ ਭਾਰਤੀ ਫੌਜੀਆਂ ਨਾਲ ਝੜਪ ਵਿੱਚ ਮਾਰੇ ਗਏ ਸਨ। ਮਰਨ ਵਾਲਿਆਂ ਵਿੱਚ PLA ਦੀ ਸ਼ਿਨਜਿਆਂਗ ਫੌਜੀ ਕਮਾਨ ਦਾ ਰੈਜੀਮੈਂਟਲ ਕਮਾਂਡਰ ਕਵੀ ਫਬਾਓ ਵੀ ਸ਼ਾਮਲ ਸੀ। ਇਸ ਝੜਪ ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋਏ ਸਨ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਸ਼ੁੱਕਰਵਾਰ ਨੂੰ ਫੇਸਬੁੱਕ ਨੂੰ ਅਪੀਲ ਕੀਤੀ ਕਿ ਉਹ ਆਸਟ੍ਰੇਲੀਆਈ ਉਪਭੋਗਤਾਵਾਂ ਦੀ ਨਾਕਾਬੰਦੀ ਹਟਾਉਣ ਅਤੇ ਖਬਰਾਂ ਪ੍ਰਕਾਸ਼ਿਤ ਕਰਨ ਵਾਲੇ ਕਾਰੋਬਾਰਾਂ ਨਾਲ ਗੱਲਬਾਤ ਦੀ ਮੇਜ਼ ਉੱਤੇ ਵਾਪਸ ਆਉਣ। ਇਸ ਦੇ ਨਾਲ ਮੌਰਿਸਨ ਨੇ ਚੇਤਾਵਨੀ ਦਿੱਤੀ ਕਿ ਹੋਰ ਦੇਸ਼ ਪੱਤਰਕਾਰੀ ਲਈ ਡਿਜੀਟਲ ਦਿੱਗਜਾਂ ਨੂੰ ਭੁਗਤਾਨ ਕਰਨ ਵਿੱਚ ਉਹਨਾਂ ਦੀ ਸਰਕਾਰ ਦੀ ਮਿਸਾਲ ਦੀ ਪਾਲਣਾ ਕਰਨਗੇ। ਮੌਰਿਸਨ ਨੇ ਵੀਰਵਾਰ ਨੂੰ ਆਸਟ੍ਰੇਲੀਆਈ ਲੋਕਾਂ ਦੀ ਖਬਰਾਂ ਤੱਕ ਪਹੁੰਚ ਅਤੇ ਸਾਂਝੇ ਕਰਨ ਤੋਂ ਰੋਕਦੇ ਫੇਸਬੁੱਕ ਦੇ ਕਦਮ ਨੂੰ ਖਤਰੇ ਵਜੋਂ ਦੱਸਿਆ। ਨਾਕਾਬੰਦੀ ਨੇ ਸਰਕਾਰ ਨਾਲ ਤਣਾਅ ਵਧਾ ਦਿੱਤਾ ਅਤੇ ਇਹ ਸਵਾਲ ਪੈਦਾ ਹੋ ਗਿਆ ਕਿ ਸ਼ਕਤੀਸ਼ਾਲੀ ਤਕਨੀਕ ਕੰਪਨੀਆਂ ਨੂੰ ਸਮੱਗਰੀ ਲਈ ਸਮਾਚਾਰ ਸੰਗਠਨਾਂ ਨੂੰ ਭੁਗਤਾਨ ਕਰਨਾ ਚਾਹੀਦਾ ਹੈ।
ਮੌਰਿਸਨ ਨੇ ਪੱਤਰਕਾਰਾਂ ਨੂੰ ਕਿਹਾ, ਕੱਲ ਉਹਨਾਂ ਨੇ ਕਈ ਤਰ੍ਹਾਂ ਦੀਆਂ ਸਾਈਟਾਂ ਬੰਦ ਕਰਨ ਦਾ ਵਿਚਾਰ ਰੱਖਿਆ ਜਿਸ ਨੂੰ ਕਿਸੇ ਕਿਸਮ ਦੇ ਖਤਰੇ ਵਜੋਂ ਦੱਸਿਆ ਗਿਆ ਹੈ। ਮੌਰਿਸਨ ਮੁਤਾਬਕ, ਮੈਂ ਜਾਣਦਾ ਹਾਂ ਕਿ ਆਸਟ੍ਰੇਲੀਆਈ ਇਸ ਬਾਰੇ ਕਿਸ ਤਰ੍ਹਾਂ ਦਾ ਪ੍ਰਤੀਕਰਮ ਕਰਦੇ ਹਨ ਅਤੇ ਮੈਨੂੰ ਲੱਗਦਾ ਹੈ ਕਿ ਇਹ ਫੇਸਬੁੱਕ ਦੀ ਇੱਕ ਚੰਗੀ ਚਾਲ ਨਹੀਂ ਸੀ। ਉਹਨਾਂ ਨੇ ਅੱਗੇ ਕਿਹਾ, ਫੇਸਬੁੱਕ ਅਧਿਕਾਰੀਆਂ ਨੂੰ ਤੇਜ਼ੀ ਨਾਲ ਅੱਗੇ ਵਧਣਾ ਚਾਹੀਦਾ ਹੈ ਅਤੇ ਵਾਪਸ ਗੱਲਬਾਤ ਦੇ ਮੇਜ਼ ਤੇ ਆਉਣਾ ਚਾਹੀਦਾ ਹੈ। ਅਸੀਂ ਇਸ ਮਾਮਲੇ ਨੂੰ ਜਲਦ ਹੱਲ ਕਰ ਲਵਾਂਗੇ। ਇਸ ਅਣਮਿੱਥੇ ਸਮੇਂ ਦੀ ਪਾਬੰਦੀ ਨੇ ਮਹਾਮਾਰੀ ਸੰਬੰਧੀ ਸੂਚਨਾਵਾਂ, ਜਨਤਕ ਸਿਹਤ ਅਤੇ ਐਮਰਜੈਂਸੀ ਸੇਵਾਵਾਂ ਤੱਕ ਨੂੰ ਪ੍ਰਭਾਵਿਤ ਕੀਤਾ ਹੈ। ਉਧਰ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਸ਼ਾਮਲ ਹਨ, ਗੈਰ ਸਮਾਜਿਕ ਨੈਟਵਰਕ ਲਈ ਕੋਈ ਪਸੰਦ ਨਹੀਂ ਅਤੇ ਫੇਸ ਬਲੌਕ, ਆਸਟ੍ਰੇਲੀਆਈ ਫੀਡਸ ਵਿੱਚ ਭਰੋਸੇਯੋਗ ਪੱਤਰਕਾਰੀ ਦੀ ਥਾਂ ਕਿਵੇਂ ਜਾਲੀ ਖਬਰਾਂ ਆਉਣਗੀਆਂ ਬਾਰੇ ਇੱਕ ਸਿਰਲੇਖ ਵਿੱਚ ਲਿਖਿਆ ਗਿਆ ਹੈ। ਫੇਕ ਬੁੱਕ ਦਿਖਾਉਂਦੀ ਹੈ ਕਿ ਇਸ ਦੀ ਪਰਵਾਹ ਸਭ ਕੁਝ ਮੁਨਾਫੇ ਵਿੱਚ ਹੈ, ਨਾ ਕਿ ਲੋਕਾਂ ਦੀ। ਬ੍ਰਿਟੇਨ ਦੇ ਡੇਲੀ ਟੈਲੀਗ੍ਰਾਫ ਅਤੇ ਸਕਾਈ ਨਿਊਜ਼ ਨਾਲ ਸੰਬੰਧਿਤ ਫੇਸਬੁੱਕ ਪੇਜਾਂ ਤੇ ਗਾਇਬ ਹੋ ਰਹੇ ਗੈਰ ਆਸਟ੍ਰੇਲੀਆਈ ਆਊਟਲੈਟ ਵੀ ਪ੍ਰਭਾਵਿਤ ਹੋਏ ਹਨ। ਦੋਵੇਂ ਆਸਟ੍ਰੇਲੀਆ ਵਿੱਚ ਖਬਰਾਂ ਬਾਰੇ ਦੱਸਦੇ ਹਨ। ਇਹ ਨਾਕਾਬੰਦੀ ਬੁੱਧਵਾਰ ਦੀ ਰਾਤ ਨੂੰ ਹਾਊਸ ਆਫ ਰਿਪਰੈਜ਼ੈਂਟੇਟਿਵ ਵੱਲੋਂ ਇੱਕ ਬਿੱਲ ਨੂੰ ਪਾਸ ਕਰਨ ਦੇ ਪ੍ਰਤੀਕਿਰਿਆ ਸੀ, ਜਿਸ ਨਾਲ ਫੇਸਬੁੱਕ ਅਤੇ ਗੂਗਲ ਆਸਟ੍ਰੇਲੀਆਈ ਮੀਡੀਆ ਕੰਪਨੀਆਂ ਨੂੰ ਪੱਤਰਕਾਰੀ ਲਈ ਉਚਿਤ ਮੁਆਵਜ਼ਾ ਦੇਵੇਗਾ, ਜਿਸ ਦਾ ਪਲੇਟਫਾਰਮ ਲਿੰਕ ਹੈ। ਕਾਨੂੰਨ ਬਣਨ ਲਈ ਸੈਨੇਟ ਦੁਆਰਾ ਕਾਨੂੰਨ ਪਾਸ ਕੀਤਾ ਜਾਣਾ ਲਾਜ਼ਮੀ ਹੈ। ਗੂਗਲ ਨੇ ਆਪਣੇ ਖੁਦ ਦੇ ਨਿਊਜ਼ ਸ਼ੋਕੇਸ ਮਾਡਲ ਦੇ ਤਹਿਤ ਪ੍ਰਮੁੱਖ ਆਸਟ੍ਰੇਲੀਆਈ ਮੀਡੀਆ ਕੰਪਨੀਆਂ ਦੇ ਨਾਲ ਲਾਇਸੈਂਸ ਦੇਣ ਵਾਲੇ ਸਮੱਗਰੀ ਸੌਦਿਆਂ ਤੇਜ਼ੀ ਨਾਲ ਕੰਮ ਕਰਕੇ ਜਵਾਬ ਦਿੱਤਾ ਹੈ। ਰੂਪਰਟ ਮਰਦੋਕ ਦੀ ਨਿਊਜ਼ ਕਾਰਪੋਰੇਸ਼ਨ ਨੇ ਗੂਗਲ ਨੂੰ ਸੰਯੁਕਤ ਰਾਜ ਅਤੇ ਬ੍ਰਿਟੇਨ ਦੇ ਨਾਲ-ਨਾਲ ਆਸਟ੍ਰੇਲੀਆ ਵਿੱਚ ਵੀ ਕਵਰ ਕਰਨ ਦੇ ਨਾਲ ਵਿਆਪਕ ਸੌਦੇ ਦਾ ਐਲਾਨ ਕੀਤਾ। ਪ੍ਰਮੁੱਖ ਆਸਟ੍ਰੇਲੀਆਈ ਮੀਡੀਆ ਸੰਗਠਨ 7 ਵੈਸਟ ਮੀਡੀਆ ਵੀ ਹਫ਼ਤੇ ਦੇ ਸ਼ੁਰੂ ਵਿੱਚ ਇੱਕ ਸੌਦੇ ਤੇ ਪਹੁੰਚ ਗਿਆ ਸੀ। 9 ਐਂਟਰਟੇਨਮੈਂਟ ਕਥਿਤ ਤੌਰ ਤੇ ਇਸ ਦੇ ਆਪਣੇ ਸਮਝੌਤੇ ਦੇ ਨੇੜੇ ਹੈ ਅਤੇ ਸਰਕਾਰੀ ਮਲਕੀਅਤ ਵਾਲੀ ਆਸਟ੍ਰੇਲੀਆਈ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਗੱਲਬਾਤ ਕਰ ਰਹੀ ਹੈ। ਮੌਰਿਸਨ ਨੇ ਕਿਹਾ ਕਿ ਉਹਨਾਂ ਨੇ ਵੀਰਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੇਸਬੁੱਕ ਵਿਵਾਦ ਬਾਰੇ ਗੱਲਬਾਤ ਕੀਤੀ। ਮੌਰਿਸਨ ਬ੍ਰਿਟੇਨ, ਕੈਨੇਡਾ ਅਤੇ ਫਰਾਂਸ ਦੇ ਨੇਤਾਵਾਂ ਨਾਲ ਆਸਟ੍ਰੇਲੀਆ ਦੇ ਪ੍ਰਭਾਵਿਤ ਕਾਨੂੰਨ ਬਾਰੇ ਵੀ ਵਿਚਾਰ ਵਟਾਂਦਰੇ ਕਰ ਰਹੇ ਹਨ। ਮੌਰਿਸਨ ਨੇ ਕਿਹਾ, ਆਸਟ੍ਰੇਲੀਆ ਜੋ ਕਰ ਰਿਹਾ ਹੈ ਉਸ ਵਿੱਚ ਦੁਨੀਆ ਦੇ ਸਾਰੇ ਦੇਸ਼ਾਂ ਦੀ ਦਿਲਚਸਪੀ ਹੈ। ਪ੍ਰਸਤਾਵਿਤ ਨਿਊਜ਼ ਮੀਡੀਆ ਸੌਦੇਬਾਜ਼ੀ ਕੋਡ ਲਈ ਜ਼ਿੰਮੇਵਾਰ ਮੰਤਰੀ ਨੇ ਖਜ਼ਾਨਚੀ ਜੋਸ਼ ਫਰਾਈਡੇਨਬਰਗ ਨੇ ਵੀਰਵਾਰ ਅਤੇ ਫਿਰ ਸ਼ੁੱਕਰਵਾਰ ਨੂੰ ਨਾਕਾਬੰਦੀ ਸ਼ੁਰੂ ਹੋਣ ਤੋਂ ਬਾਅਦ ਫੇਸਬੁੱਕ ਦੇ ਮੁੱਖ ਕਾਰਜਕਾਰੀ ਮਾਰਕ ਜ਼ੁਕਰਬਰਗ ਨਾਲ ਇੱਕ ਟੈਲੀਫੋਨ ਗੱਲਬਾਤ ਕੀਤੀ। ਫਰਾਈਡੇਨਬਰਗ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, ਮੈਂ ਦੁਹਰਾਇਆ ਕਿ ਆਸਟ੍ਰੇਲੀਆ ਕੋਡ ਨੂੰ ਲਾਗੂ ਕਰਨ ਲਈ ਵਚਨਬੱਧ ਹੈ। ਅਸੀਂ ਉਹਨਾਂ ਦੇ ਬਾਕੀ ਮਾਮਲਿਆਂ ਬਾਰੇ ਗੱਲ ਕੀਤੀ ਅਤੇ ਸਹਿਮਤ ਹੋਏ ਕਿ ਸਾਡੀ ਸੰਬੰਧਿਤ ਟੀਮਾਂ ਉਹਨਾਂ ਰਾਹੀਂ ਤੁਰੰਤ ਕੰਮ ਕਰਨਗੀਆਂ। ਅਸੀਂ ਹਫ਼ਤੇ ਦੇ ਅੰਤ ਵਿੱਚ ਫਿਰ ਗੱਲ ਕਰਾਂਗੇ। ਕਿਸਾਨ ਅੰਦੋਲਨ ਨਾਲ ਜੁੜੇ ਟੂਲਕਿਟ ਮਾਮਲੇ ਵਿੱਚ ਜਲਵਾਯੂ ਵਰਕਰ ਦਿਸ਼ਾ ਰਵੀ ਦੀ ਗ੍ਰਿਫਤਾਰੀ ਤੇ ਉੱਠ ਰਹੇ ਸਵਾਲਾਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਖਤ ਟਿੱਪਣੀ ਕੀਤੀ ਹੈ। ਸ਼ਾਹ ਨੇ ਕਿਹਾ ਕਿ ਜੇਕਰ ਕੋਈ ਕ੍ਰਾਈਮ ਕਰਦਾ ਹੈ ਤਾਂ ਕਿ ਉਸ ਦੀ ਉਮਰ ਦੇ ਆਧਾਰ ਤੇ ਕਾਰਵਾਈ ਹੋਣੀ ਚਾਹੀਦੀ ਹੈ। ਟੀਵੀ ਚੈਨਲ ਤੇ ਇੱਕ ਪ੍ਰੋਗਰਾਮ ਦੌਰਾਨ ਸ਼ਾਹ ਤੋਂ ਇਸ ਸੰਬੰਧ ਵਿੱਚ ਸਵਾਲ ਕੀਤਾ ਗਿਆ। ਉਦੋਂ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਅਪਰਾਧ ਕਰਦਾ ਹੈ ਤਾਂ ਕਿ ਗ੍ਰਿਫਤਾਰੀ ਤੋਂ ਪਹਿਲਾਂ ਉਸ ਦੀ ਉਮਰ ਪੁੱਛੀ ਜਾਣੀ ਚਾਹੀਦੀ ਹੈ, ਉਸ ਦਾ ਪ੍ਰੋਫੈਸ਼ਨ ਪੁੱਛਿਆ ਜਾਣਾ ਚਾਹੀਦਾ ਹੈ, ਉਹ ਕਿਸ ਸੰਗਠਨ ਨਾਲ ਜੁੜਿਆ ਹੈ ਕਿ ਇਹ ਵੀ ਪੁੱਛਿਆ ਜਾਣਾ ਚਾਹੀਦਾ ਹੈ, ਜਾਂ ਇਹ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਸਨੇ ਅਪਰਾਧ ਕੀਤਾ ਹੈ ਜਾਂ ਨਹੀਂ। ਸ਼ਾਹ ਨੇ ਕਿਹਾ ਕਿ ਜੈਂਡਰ, ਪ੍ਰੋਫੈਸ਼ਨ ਅਤੇ ਉਮਰ ਦੇ ਆਧਾਰ ਤੇ ਤੈਅ ਹੋਵੇਗਾ FIR ਹੋਵੇਗੀ ਜਾਂ ਨਹੀਂ, ਜਾਂ ਕਿਸੇ ਨੇ ਅਪਰਾਧ ਕੀਤਾ ਹੈ ਜਾਂ ਨਹੀਂ, ਇਸ ਆਧਾਰ ਤੇ FIR ਕੀਤੀ ਜਾਵੇਗੀ। ਸ਼ਾਹ ਨੇ ਕਿਹਾ ਕਿ ਇਹ ਇੱਕ ਨਵਾਂ ਫੈਸ਼ਨ ਚੱਲ ਪਿਆ ਹੈ, ਇਸ ਦੇਸ਼ ਵਿੱਚ ਅਦਾਲਤ ਹੈ ਜਾਂ ਨਹੀਂ। ਜੇਕਰ ਕੋਈ FIR ਗਲਤ ਵੀ ਹੈ ਤਾਂ ਉਸ ਵਿਰੁੱਧ ਕੋਰਟ ਜਾ ਸਕਦੇ ਹਾਂ। ਇਸ ਦੇ ਨਾਲ ਹੀ ਦਿੱਲੀ ਪੁਲਿਸ ਬਾਰੇ ਸ਼ਾਹ ਨੇ ਕਿਹਾ ਕਿ ਅਧਿਕਾਰੀਆਂ ਨੂੰ ਕੋਈ ਖਾਸ ਨਿਰਦੇਸ਼ ਇਸ ਕੇਸ ਨੂੰ ਲੈ ਕੇ ਨਹੀਂ ਦਿੱਤੇ ਗਏ, ਜਿਸ ਨਾਲ ਕਿ ਕਾਨੂੰਨ 'ਚ ਕੁਝ ਤੋੜ ਮਰੋੜ ਕਰਨੀ ਪਈ। ਦਿੱਲੀ ਪੁਲਿਸ ਸੰਵਿਧਾਨ ਦੇ ਅਧੀਨ ਕੰਮ ਕਰ ਰਹੀ ਹੈ। ਨਾਲ ਹੀ ਉਹਨਾਂ ਨੇ ਕਿਹਾ IPS ਅਧਿਕਾਰੀ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰ ਰਹੇ ਨੇ, ਸਾਨੂੰ ਉਹਨਾਂ ਦੀ ਜਾਂਚ ਤੇ ਪੂਰਾ ਭਰੋਸਾ ਹੈ। ਅਮਿਤ ਸ਼ਾਹ ਨੇ ਦਿਸ਼ਾ ਰਵੀ ਦੀ ਉਮਰ ਨੂੰ ਲੈ ਕੇ ਸਵਾਲ ਚੁੱਕਣ ਵਾਲਿਆਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ 21-22 ਸਾਲ ਦੇ ਨਾ ਜਾਣੇ ਕਿੰਨੇ ਨੌਜਵਾਨ ਹੋਣਗੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ, ਤਾਂ ਕਿ ਇਸ ਮਾਮਲੇ ਵਿੱਚ ਹੀ ਕਿਉਂ ਸਵਾਲ ਚੁੱਕਿਆ ਜਾ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਅਮਰੀਕਾ ਇਸ ਮਹੀਨੇ ਦੇ ਅੰਤ ਤੱਕ ਵਿਸ਼ਵ ਸਿਹਤ ਸੰਗਠਨ ਨੂੰ ਆਪਣੀਆਂ ਜ਼ਿੰਮੇਵਾਰੀਆਂ ਹੋਰ ਵਧੀਆ ਢੰਗ ਨਾਲ ਨਿਭਾਉਣ ਲਈ $20 ਕਰੋੜ ਤੋਂ ਵੀ ਵੱਧ ਦਾ ਭੁਗਤਾਨ ਕਰੇਗਾ। ਇਹ ਭੁਗਤਾਨ ਅਸੀਂ WHO ਨੂੰ ਇੱਕ ਮੈਂਬਰ ਦੇ ਰੂਪ ਵਿੱਚ ਸਾਡੀਆਂ ਵਿੱਤੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਇੱਕ ਅਹਿਮ ਕਦਮ ਹੈ। ਐਂਟਨੀ ਬਲਿੰਕਨ ਨੇ ਕਿਹਾ, ਸੁਨਿਸ਼ਚਿਤ ਕਰਨ ਲਈ ਸਾਡੀ ਨਵੀਂ ਵਚਨਬੱਧਤਾ ਨੂੰ ਦਰਸਾਉਂਦਾ ਹੈ ਕਿ WHO ਦਾ ਕਰੋਨਾ ਮਹਾਮਾਰੀ ਪ੍ਰਤੀ ਵਿਸ਼ਵ ਵਿਆਪੀ ਪ੍ਰਤੀਕਰਮ ਦੀ ਅਗਵਾਈ ਕਰਨ ਲਈ ਉਸ ਨੂੰ ਸਾਡਾ ਸਮਰਥਨ ਪ੍ਰਾਪਤ ਹੈ ਅਤੇ ਅਸੀਂ ਭਵਿੱਖ ਲਈ ਇਸ ਨੂੰ ਸੁਧਾਰਨ ਲਈ ਕੰਮ ਕਰਦੇ ਰਹਾਂਗੇ। ਯਾਦ ਰਹੇ, ਕਰੋਨਾ ਮਹਾਮਾਰੀ ਦਾ ਸਭ ਤੋਂ ਵਧੇਰੇ ਅਸਰ ਦੁਨੀਆ ਵਿੱਚ ਅਮਰੀਕਾ ਵਿੱਚ ਹੋਇਆ।
ਤੇ ਇੱਥੇ ਹੀ ਸਭ ਤੋਂ ਵੱਧ ਮੌਤਾਂ ਹੋਈਆਂ। ਪਿਛਲੇ ਸਾਲ ਡੋਨਾਲਡ ਟਰੰਪ ਨੇ WHO ਨਾਲੋਂ ਪੂਰੀ ਤਰ੍ਹਾਂ ਨਾਤਾ ਤੋੜ ਦਿੱਤਾ ਸੀ। ਇਸ ਦੇ ਬਾਰੇ ਫੰਡ ਬੰਦ ਕਰ ਦਿੱਤੇ ਸਨ ਤੇ WHO ਨੂੰ ਚੀਨ ਦਾ ਏਜੰਟ ਤੱਕ ਕਰਾਰ ਦੇ ਦਿੱਤਾ ਸੀ ਤੇ ਚੀਨ ਦੇ ਹੱਥਾਂ ਵਿੱਚ ਖੇਡਣ ਦੇ ਇਲਜ਼ਾਮ ਲਗਾਏ ਗਏ ਸਨ, ਜਿਸ ਕਾਰਨ ਉਹਨਾਂ ਦੀ ਦੇਸ਼ ਵਿਦੇਸ਼ ਵਿੱਚ ਭਾਰੀ ਆਲੋਚਨਾ ਹੋਈ ਸੀ। ਪਰ ਜੋ ਬਾਈਡਨ ਨੇ ਰਾਸ਼ਟਰਪਤੀ ਬਣਦੇ ਹੀ ਪਹਿਲੇ ਦਿਨ WHO ਨੂੰ ਆਪਣਾ ਸਮਰਥਨ ਦਿੱਤਾ ਸੀ ਤੇ ਮੁੜ ਇਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਸਮੇਤ ਦੇਸ਼ ਦੀਆਂ ਕਰੀਬ 500 ਕਿਸਾਨ ਜਥੇਬੰਦੀਆਂ ਦੇ ਯੂਨੀਅਨਾਂ ਦੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਰੇਲ ਰੋਕੋ ਪ੍ਰੋਗਰਾਮ ਨੂੰ ਪੰਜਾਬ, ਹਰਿਆਣਾ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਭਰਵਾਂ ਹੁੰਗਾਰਾ ਮਿਲਿਆ ਤੇ ਅੱਜ ਦਿਨੇ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਕੌਮੀ ਪੱਧਰ ਤੇ ਰੇਲ ਗੱਡੀਆਂ ਰੋਕਣ ਦਾ ਪ੍ਰੋਗਰਾਮ ਅਮਨ ਅਮਾਨ ਨਾਲ ਨੇਪਰੇ ਚੜ ਗਿਆ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਨੇ ਕੌਮੀ ਪੱਧਰ ਤੇ ਰੇਲ ਰੋਕੋ ਨੂੰ ਸਫਲ ਬਣਾਇਆ ਤੇ ਵੱਡੇ ਛੋਟੇ ਰੇਲਵੇ ਸਟੇਸ਼ਨ ਦੀਆਂ ਰੇਲ ਪਟੜੀਆਂ ਰੋਕੀਆਂ। ਉਹਨਾਂ ਨੇ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਲਗਾਤਾਰ ਝੂਠ ਬੋਲ ਰਹੀ ਹੈ ਕਿ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕੁਝ ਰਾਜਾਂ ਤੱਕ ਹੀ ਸੀਮਤ ਹੈ, ਪਰ ਰੇਲ ਰੋਕੋ ਅੰਦੋਲਨ ਦੌਰਾਨ ਹੋਰ ਰਾਜਾਂ ਦੇ ਕਿਸਾਨਾਂ ਨੇ ਰੇਲ ਰੋਕ ਕੇ ਕੇਂਦਰ ਸਰਕਾਰ ਦੀਆਂ ਅੱਖਾਂ ਖੋਲ ਦਿੱਤੀਆਂ ਹਨ। ਇਸੇ ਕਰਕੇ ਇਸ ਅੰਦੋਲਨ ਦੀ ਕਿਸਾਨ ਮੋਰਚੇ ਲਈ ਇੰਨੀ ਅਹਿਮੀਅਤ ਸੀ। ਉਹਨਾਂ ਨੇ ਕਿਹਾ ਕਿ ਰੇਲਵੇ ਦੇ ਕੌਮੀ ਨੈਟਵਰਕ ਵਾਂਗ ਹੀ ਕਿਸਾਨਾਂ ਨੇ ਕੌਮੀ ਪੱਧਰ ਦੀ ਲਾਮਬੰਦੀ ਕੀਤੀ ਤੇ ਅਮਨ ਸ਼ਾਂਤੀ ਨਾਲ ਇਸ ਅੰਦੋਲਨ ਨੂੰ ਨੇਪਰੇ ਚਾੜਿਆ। ਪ੍ਰਾਪਤ ਰਿਪੋਰਟਾਂ ਮੁਤਾਬਕ ਰੇਲ ਰੋਕੋ ਨੂੰ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਂਚਲ, ਰਾਜਸਥਾਨ, ਮਹਾਰਾਸ਼ਟਰ, ਕਰਨਾਟਕ, ਪੱਛਮੀ ਬੰਗਾਲ, ਉੜੀਸਾ, ਮੁੰਬਈ ਤੇ ਮੱਧ ਪ੍ਰਦੇਸ਼ ਸਮੇਤ ਹੋਰ ਰਾਜਾਂ ਤੋਂ ਵੀ ਹੁੰਗਾਰਾ ਮਿਲਿਆ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੇ ਕੇਂਦਰ ਨੂੰ ਦੱਸ ਦਿੱਤਾ ਹੈ ਕਿ ਅੰਦੋਲਨ ਹੁਣ ਕੌਮੀ ਪੱਧਰ ਦੀ ਪਛਾਣ ਬਣ ਚੁੱਕਾ ਹੈ। ਕਿਸਾਨ ਆਗੂਆਂ ਮੁਤਾਬਕ ਕਿਸਾਨਾਂ ਦੇ ਪਰਿਵਾਰਾਂ ਨੇ ਬੱਚਿਆਂ ਸਮੇਤ ਕਿਸਾਨ ਅੰਦੋਲਨ ਦੇ ਇਸ ਪੜਾਅ ਦੌਰਾਨ ਪਟੜੀਆਂ ਮੱਲ ਕੇ ਕਿਸਾਨਾਂ ਦਾ ਸਾਥ ਦਿੱਤਾ। ਕਿਸੇ ਪਾਸਿਓਂ ਕੋਈ ਅਣਹੋਣੀ ਜਾਂ ਪੁਲਿਸ ਨਾਲ ਟਾਕਰੇ ਦੀ ਕੋਈ ਸੂਚਨਾ ਨਹੀਂ ਮਿਲੀ। ਕਿਸਾਨ ਆਗੂ ਜਗਮੋਹਨ ਸਿੰਘ ਨੇ ਕਿਹਾ ਕਿ ਕਿਸਾਨ ਸ਼ਾਂਤਮਈ ਅੰਦੋਲਨ ਉਦੋਂ ਤੱਕ ਜਾਰੀ ਰੱਖਣਗੇ ਜਦੋਂ ਤੱਕ ਕੇਂਦਰ 3 ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ। ਅੱਜ ਸਿੰਘੂ ਤੇ ਟਿਕਰੀ ਬਾਰਡਰ ਦੇ ਮੋਰਚਿਆਂ ਦੇ ਮੰਚਾਂ ਤੋਂ ਕਿਸਾਨ ਆਗੂਆਂ ਨੇ ਰੇਲ ਰੋਕੋ ਦੇ ਸ਼ਾਂਤਮਈ ਪੂਰਨ ਹੋਣ ਲਈ ਕਿਸਾਨਾਂ ਦਾ ਧੰਨਵਾਦ ਕੀਤਾ। ਕਿਸਾਨ ਆਗੂਆਂ ਨੇ ਦੱਸਿਆ ਕਿ ਕੁਰੂਕਸ਼ੇਤਰ ਰੇਲਵੇ ਟਰੈਕ, ਰੇਵਾੜੀ ਰੇਲਵੇ ਟਰੈਕ ਤੇ ਕਿਸਾਨਾਂ ਨੇ ਧਰਨਾ ਦਿੱਤਾ। ਇਸੇ ਤਰ੍ਹਾਂ ਹਰਿਦੁਆਰ ਸਪੈਸ਼ਲ ਮੇਰਠ ਵਿੱਚ ਮੁੰਬਈ ਤੋਂ ਅੰਮ੍ਰਿਤਸਰ ਜਾ ਰਹੀ ਪੱਛਮ ਐਕਸਪ੍ਰੈਸ ਪਾਣੀਪਤ 'ਚ ਰੋਕੀ ਗਈ। ਕਿਸਾਨਾਂ ਨੇ ਯਮੁਨਾ ਨਗਰ ਹਰਿਆਣਾ, ਉੜੀਸਾ ਦੇ ਬ੍ਰਹਮਪੁਰਾ ਬਿਹਾਰ ਦੇ ਸ਼ੇਖਪੁਰਾ, ਮਹਾਰਾਸ਼ਟਰ ਵਿੱਚ ਔਰੰਗਾਬਾਦ, ਪੁਣੇ, ਜੰਮੂ ਅਤੇ ਕਰਨਾਲ ਵਿੱਚ ਰੇਲ ਟਰੈਕ ਜਾਮ ਕੀਤੇ। ਉਧਰ ਭਾਰਤੀ ਰੇਲਵੇ ਨੇ ਦੱਸਿਆ ਕਿ 4 ਘੰਟੇ ਦਾ ਰੇਲ ਰੋਕੋ ਅੰਦੋਲਨ ਸ਼ਾਂਤੀਪੂਰਨ ਪੂਰਾ ਹੋ ਗਿਆ ਤੇ ਕੋਈ ਅਣਸੁਖਾਵੀ ਘਟਨਾ ਨਹੀਂ ਵਾਪਰੀ। ਹਾਲਾਂਕਿ ਰੇਲਵੇ ਨੇ ਬਿਆਨ ਵਿੱਚ ਕਿਹਾ ਕਿ 20 ਵਾਧੂ ਕੰਪਨੀਆਂ ਰੇਲਵੇ ਸੁਰੱਖਿਆ ਲਈ ਲਾਈਆਂ ਗਈਆਂ ਸਨ ਤੇ ਦੇਸ਼ ਭਰ ਵਿੱਚ ਰੇਲ ਰੋਕੋ ਦਾ ਅਸਰ ਬਹੁਤ ਘੱਟ ਪਿਆ। ਕੁਝ ਇਲਾਕਿਆਂ ਵਿੱਚ ਕੁਝ ਰੇਲ ਗੱਡੀਆਂ ਰੁਕੀਆਂ ਗਈਆਂ ਸਨ, ਪਰ ਬਾਅਦ ਵਿੱਚ ਰੇਲ ਆਵਾਜਾਈ ਆਮ ਵਰਗੀ ਹੋ ਗਈ। ਸ਼ਾਮ ਨੂੰ ਰੇਲਵੇ ਦੇ ਸਾਰੇ ਜ਼ੋਨਾਂ ਵਿੱਚ ਰੇਲ ਆਵਾਜਾਈ ਪੂਰਨ ਰੂਪ ਵਿੱਚ ਚੱਲ ਪਈ। ਰੇਲ ਰੋਕੋ ਪ੍ਰੋਗਰਾਮ ਦੇ ਮੱਦੇਨਜ਼ਰ ਰੇਲਵੇ ਪੁਲਿਸ ਬਲ ਵੱਲੋਂ ਵੱਖ-ਵੱਖ ਰਾਜਾਂ ਦੀ ਪੁਲਿਸ ਨਾਲ ਤਾਲਮੇਲ ਕਰਕੇ ਸੁਰੱਖਿਆ ਬੰਦੋਬਸਤ ਮਜ਼ਬੂਤ ਕੀਤੇ ਗਏ। ਡੀਸੀਪੀ ਰੇਲਵੇ ਹਰਿੰਦਰ ਸਿੰਘ ਨੇ ਦੱਸਿਆ ਕਿ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਤੇ ਉੱਤਰ ਪ੍ਰਦੇਸ਼ ਬਾਰਡਰ ਤੇ ਕੁਝ ਸਥਾਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਤੇ ਰੇਲ ਪਟੜੀਆਂ ਉੱਪਰ ਚੌਕਸੀ ਵਧਾਈ ਗਈ, ਜਿਸ ਵਿੱਚ ਪਲੇਟਫਾਰਮ ਦੀ ਸੁਰੱਖਿਆ ਵੀ ਸ਼ਾਮਲ ਸੀ। ਕੌਮੀ ਰਾਜਧਾਨੀ ਦਿੱਲੀ ਦੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੀ ਰਾਖੀ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਸਨ। ਸ਼੍ਰੋਮਣੀ ਕਮੇਟੀ ਵੱਲੋਂ ਇੱਥੇ ਨਨਕਾਣਾ ਸਾਹਿਬ ਸ਼ਤਾਬਦੀ ਸਮਾਰੋਹ ਮਨਾਉਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ। ਬਟਾਲਾ ਨੇੜੇ ਪਿੰਡ ਗੋਰਦਪੁਰ ਵਿੱਚ ਸ਼ਹੀਦ ਭਾਈ ਲਛਮਣ ਸਿੰਘ ਦੀ ਯਾਦ ਵਿੱਚ 1965 ਵਿੱਚ ਬਣੇ ਗੁਰਦੁਆਰਾ ਕੋਲ ਉਚੇਚੇ ਤੌਰ ਤੇ ਪੰਡਾਲ ਸਜਾਇਆ ਗਿਆ। ਇਸ ਮੌਕੇ ਸ਼ਹੀਦ ਭਾਈ ਲਛਮਣ ਸਿੰਘ ਦੇ ਪਰਿਵਾਰਕ ਮੈਂਬਰ ਗੁਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਨਨਕਾਣਾ ਸਾਹਿਬ ਦੇ ਸ਼ਹੀਦਾਂ ਦਾ ਸ਼ਤਾਬਦੀ ਵਰ੍ਹਾ 3 ਰੋਜ਼ਾ ਸਮਾਗਮ ਕਰਕੇ ਮਨਾਇਆ ਜਾ ਰਿਹਾ ਹੈ। 19 ਫਰਵਰੀ ਨੂੰ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਦੇ ਦਸਤਾਰ ਮੁਕਾਬਲੇ ਤੋਂ ਇਲਾਵਾ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਜਾਣਗੇ। ਰਾਤ ਨੂੰ ਧਾਰਮਿਕ ਨਾਟਕ ਹੋਵੇਗਾ। 20 ਫਰਵਰੀ ਨੂੰ ਸ਼ਹੀਦ ਦੀ ਪਤਨੀ ਬੀਬੀ ਇੰਦਰ ਕੌਰ ਅਤੇ ਮਾਤਾ ਤੇਜ ਕੌਰ ਦੀ ਯਾਦ ਵਿੱਚ ਇਸਤਰੀ ਸੰਮੇਲਨ ਕਰਵਾਇਆ ਜਾਵੇਗਾ। ਰਾਤ ਨੂੰ ਕਵੀ ਦਰਬਾਰ ਹੋਵੇਗਾ। ਸ੍ਰੀ ਰੰਧਾਵਾ ਨੇ ਦੱਸਿਆ ਕਿ ਸਮਾਗਮ ਦੇ ਅੰਤਿਮ ਦਿਨ 21 ਫਰਵਰੀ ਨੂੰ ਨਾਮਵਰ ਸ਼ਖਸੀਅਤਾਂ ਸ਼ਿਰਕਤ ਕਰਨਗੀਆਂ। ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਵਿੱਚ 20 ਫਰਵਰੀ 1921 ਨੂੰ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ। ਪੂਰੀ ਸਦੀ ਹੋ ਗਈ ਹੈ। ਉਸ ਸਮੇਂ 125 ਦੇ ਕਰੀਬ ਸਿੱਖ ਸ਼ਹੀਦ ਹੋਏ ਸਨ। ਉਸ ਮੌਕੇ ਜਥੇ ਦੀ ਅਗਵਾਈ ਕਰਨ ਵਾਲੇ ਭਾਈ ਲਛਮਣ ਸਿੰਘ ਜੋ ਪਿੰਡ ਧਰੋਵਾਲੀ ਦੇ ਸਨ, ਪਰ ਆਜ਼ਾਦੀ ਵੰਡ ਤੋਂ ਬਾਅਦ ਸ਼ਹੀਦ ਦੀ ਪਤਨੀ ਬੀਬੀ ਇੰਦਰ ਕੌਰ ਅਤੇ 3 ਭਰਾ ਪਿੰਡ ਗੋਦਰਪੁਰ ਆ ਵਸੇ ਸਨ।
ਉਧਰ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਧਾਰੋਵਾਲੀ 'ਚ ਕਦੇ ਸ਼ਹੀਦੀ ਯਾਦ ਵਿੱਚ ਸਮਾਗਮ ਨਹੀਂ ਕਰਵਾਇਆ ਗਿਆ ਤੇ ਇਹ ਪਹਿਲੀ ਵਾਰ ਹੈ ਜਦੋਂ ਪਿੰਡ ਗੋਦਰਪੁਰ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ। 100 ਸਾਲ ਪਹਿਲਾਂ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਵਿੱਚ ਵਾਪਰੇ ਸਾਕੇ ਵਿੱਚ ਮਹੰਤ ਨਰੈਣੂ ਦਾਸ ਅਤੇ ਉਸਦੇ ਸਾਥੀਆਂ ਵੱਲੋਂ ਚਲਾਈਆਂ ਗੋਲੀਆਂ ਤੇ ਤੇਜ਼ਧਾਰ ਹਥਿਆਰਾਂ ਦੇ ਵਾਰ ਨਾਲ ਜ਼ਖਮੀ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਸਾਂਭ ਸੰਭਾਲ सेवा का काम निरंतर जारी है। इस तहत लगभग 80% मुरम्मत सेवा मुकम्मल हो चुकी है। पावन स्वरूप की सांभ संभाल की सेवा श्री अकाल तखत की उपरली मंजिल ते विशेष स्थान ते चल रही है, जिसकी निगरानी श्री अकाल तखत के हेड ग्रंथी भाई गुरमुख सिंह वालों की जा रही है। इस पावन स्वरूप की सांभ संभाल की फरवरी 2014 में आरंभ की गई सी। उस वेले इस विचों चलियां गोलियां दे 12 सिक्के मिले हैं। स्वरूप ते तेजधार हथियारां दे फट भी मौजूद हैं। इतिहास मुताबक उस वेले भाई लक्ष्मण सिंह धारोवाली पावन ਸਰੂਪ ਦੀ ਤਾਬਿਆਂ ਵਿੱਚ ਸਨ ਅਤੇ ਸਰੂਪ ਦੀ ਸੰਭਾਲ ਕਰਦਿਆਂ ਸ਼ਹੀਦ ਹੋ ਗਏ ਸਨ। 100 ਸਾਲ ਪਹਿਲਾਂ ਵਾਪਰੀ ਇਸ ਘਟਨਾ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸ਼ਹੀਦ ਹੋਏ। ਇਹ ਸਰੂਪ ਲਗਭਗ 93 ਸਾਲ ਇੰਜ ਹੀ ਰਿਹਾ ਅਤੇ ਹੁਣ ਪਿਛਲੇ 7 ਸਾਲਾਂ ਤੋਂ ਇਸ ਦੀ ਸਾਂਭ ਸੰਭਾਲ ਅਤੇ ਮੁਰੰਮਤ ਦੀ ਸੇਵਾ ਆਰੰਭੀ ਗਈ। इस संबंध विच कंजरवेशन माहिर अमित सिंह राणा जो कानपुर वासी ਹਨ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਨੇ। ਇਸ ਸਾਕੇ ਦੀ ਸ਼ਤਾਬਦੀ 21 ਫਰਵਰੀ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਅਤੇ ਭਾਰਤ ਵਿੱਚ ਸ਼ਹੀਦ ਭਾਈ ਲక్ష్మణ ਸਿੰਘ ਧਾਰੋਵਾਲੀ ਨਾਲ ਸੰਬੰਧਿਤ ਪਿੰਡ ਗੋਦਰਪੁਰ ਵਿੱਚ ਮਨਾਈ ਜਾ ਰਹੀ ਹੈ। ਇਸ ਹਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰਨ ਕੌਰ ਮਾਨੂ ਦਿਓ ਆ ਗਿਆ। ਤੁਸੀਂ ਦੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ।